ਇੱਕ ਵਾਰ ਦੀ ਗੱਲ ਹੈ ਕਿ ਮਹਾਤਮਾ ਬੁੱਧ ਆਪਣੇ ਕੁਝ ਚੇਲਿਆਂ ਦੇ ਨਾਲ ਕਿਤੇ ਜਾ ਰਹੇ ਸੀ। ਰਸਤਾ ਕਾਫੀ ਲੰਬਾ ਸੀ ਤੇ ਮੰਜ਼ਿਲ ਅਜੇ ਦੂਰ ਸੀ। ਸ਼ਾਮ ਢਲ ਚੁੱਕੀ ਸੀ। ਜਿੱਥੇ ਮਹਾਤਮਾ ਜੀ ਅਜੇ ਪਹੁੰਚੇ ਸੀ ਉਸ ਤੋਂ ਕੁਝ ਹੀ ਦੂਰੀ ਤੇ ਇੱਕ ਪਿੰਡ ਦਿਖਾਈ ਦਿੱਤਾ। ਤਾਂ ਪਿੰਡ ਦੇਖ ਕੇ ਮਹਾਤਮਾ ਬੁੱਧ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਅੱਜ ਦੀ ਰਾਤ ਅਸੀਂ ਇਸੇ ਪਿੰਡ ਵਿੱਚ ਹੀ ਰੁਕਾਂਗੇ। ਪਿੰਡ ਵਿੱਚ ਪਹੁੰਚਦੇ ਹੀ ਪਿੰਡ ਵਿੱਚ ਸ਼ੋਰ ਮਚ ਗਿਆ ਕਿ ਮਹਾਤਮਾ ਬੁੱਧ ਜੀ ਆਏ ਨੇ। ਇਹ ਸੁਣਦੇ ਸਾਰ ਹੀ ਪਿੰਡ ਵਾਲੇ ਮਹਾਤਮਾ ਬੁੱਧ ਜੀ ਤੇ ਉਹਨਾਂ ਦੇ ਚੇਲਿਆਂ ਦੀ ਆਓ ਭਗਤ ਕਰਨ ਲੱਗੇ ਤੇ ਇੱਕ ਇੱਕ ਕਰਕੇ ਆਪਣੇ ਦੁੱਖਾਂ ਦਾ ਨਿਵਾਰਨ ਪੁੱਛਣ ਲੱਗੇ। ਤੇ ਮਹਾਤਮਾ ਬੁੱਧ ਜੀ ਵੀ ਇੱਕ ਇੱਕ ਕਰਕੇ ਸਾਰਿਆਂ ਦੇ ਮਨਾਂ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਜਾ ਰਹੇ ਸਨ। ਉਦੋਂ ਹੀ ਇੱਕ ਵਿਅਕਤੀ ਮਹਾਤਮਾ ਜੀ ਨੂੰ ਕਹਿੰਦਾ ਹੈ ਕਿ ਮਹਾਤਮਾ ਜੀ, ਅਸੀਂ ਸਭ ਪਿੰਡ ਵਾਲੇ ਪਰਮਾਤਮਾ ਦੀ ਸੱਚੇ ਮਨ ਨਾਲ ਪੂਜਾ ਕਰਦੇ ਹਾਂ, ਪਰ ਸਾਡੇ ਪਿੰਡ ਵਿੱਚ ਇੱਕ ਮਹਾਮੂਰਖ ਵਿਅਕਤੀ ਰਹਿੰਦਾ ਹੈ। ਉਹ ਗਰੀਬ ਹੋਣ ਦੇ ਨਾਲ ਨਾਲ ਸੰਕੀ ਵੀ ਹੈ। ਉਹ ਵਿਅਕਤੀ ਸਾਡੇ ਪਰਮ ਪਿਤਾ ਪਰਮੇਸ਼ਵਰ ਨੂੰ ਆਪਣੀ ਗਰੀਬੀ ਦੇ ਲਈ ਹਰ ਸਮੇਂ ਕੋਸਦਾ ਰਹਿੰਦਾ ਹੈ। ਸਾਡੇ ਪਰਮਾਤਮਾ ਦੇ ਪ੍ਰਤੀ ਅਪਸ਼ਬਦ ਬੋਲਦਾ ਰਹਿੰਦਾ ਹੈ। ਸਾਡੇ ਲੱਖ ਸਮਝਾਉਣ ਦੇ ਨਾਲ ਵੀ ਸਮਝਦਾ ਨਹੀਂ, ਉਲਟਾ ਸਾਨੂੰ ਵੀ ਅਪਸ਼ਬਦ ਬੋਲਦਾ ਹੈ। ਸਾਡੇ ਪਰਮਾਤਮਾ ਦਾ ਇੱਕ ਮੂਰਖ ਵਿਅਕਤੀ ਵੱਲੋਂ ਨਿਰਾਦਰ ਕਰਨਾ ਨਾ ਸਹਿਣਯੋਗ ਹੈ। ਮਹਾਤਮਾ ਜੀ, ਹੁਣ ਤੁਸੀਂ ਹੀ ਦੱਸੋ ਅਸੀਂ ਕੀ ਕਰੀਏ। ਮਹਾਤਮਾ ਬੁੱਧ ਜੀ ਮੁਸਕਰਾਏ ਤੇ ਬੋਲੇ ਕਿ ਤੁਸੀਂ ਉਸ ਵਿਅਕਤੀ ਨੂੰ ਮੇਰੇ ਕੋਲ ਲੈ ਆਓ। ਤਾਂ ਇਹ ਸੁਣ ਕੇ ਉਹ ਵਿਅਕਤੀ ਬੋਲਿਆ ਕਿ ਮੈਂ ਇਹ ਅਪਰਾਧ ਨਹੀਂ ਕਰ ਸਕਦਾ ਮਹਾਤਮਾ ਜੀ, ਕਿਉਂਕਿ ਉਹ ਮੂਰਖ ਵਿਅਕਤੀ ਤੁਹਾਨੂੰ ਵੀ ਅਪਸ਼ਬਦ ਬੋਲੇਗਾ, ਤੁਹਾਡਾ ਵੀ ਨਿਰਾਦਰ ਕਰੇਗਾ ਤੇ ਮੈਂ ਇਹ ਪਾਪ ਕਦੇ ਨਹੀਂ ਕਰ ਸਕਦਾ। ਮਹਾਤਮਾ ਬੁੱਧ ਜੀ ਪਿੰਡ ਵਾਲਿਆਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਮੇਰੀ ਚਿੰਤਾ ਨਾ ਕਰੋ, ਬਸ ਉਸ ਵਿਅਕਤੀ ਨੂੰ ਮੇਰੇ ਕੋਲ ਬੁਲਾ ਲਿਆਓ। ਤੁਸੀਂ ਉਹਨੂੰ ਕਹੋ ਕਿ ਮੈਂ ਉਹਦੇ ਦੁੱਖਾਂ ਨੂੰ ਦੂਰ ਕਰਨ ਲਈ ਆਇਆ ਹਾਂ। ਤਾਂ ਮਹਾਤਮਾ ਬੁੱਧ ਜੀ ਦੇ ਇਸ ਤਰ੍ਹਾਂ ਕਹਿਣ 'ਤੇ ਪਿੰਡ ਵਾਲੇ ਕੁਝ ਵਿਅਕਤੀ ਉਸ ਨੂੰ ਬੁਲਾਉਣ ਲਈ ਚਲੇ ਜਾਂਦੇ ਨੇ। ਤਾਂ ਪਹਿਲਾਂ ਤਾਂ ਉਹ ਵਿਅਕਤੀ ਕਿਸੇ ਸਾਧੂ ਸੰਨਿਆਸੀ ਦੇ ਕੋਲ ਜਾਣ ਤੋਂ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਸਾਰੇ ਸਾਧੂ ਸੰਤ ਮਹਾਤਮਾ ਢੋਂਗੀ ਹੁੰਦੇ ਨੇ। ਤਾਂ ਫਿਰ ਪਿੰਡ ਵਾਲੇ ਕਹਿੰਦੇ ਨੇ ਕਿ ਖੁਦ ਮਹਾਤਮਾ ਬੁੱਧ ਜੀ ਉਸ ਨੂੰ ਬੁਲਾ ਰਹੇ ਨੇ ਕਿਉਂਕਿ ਉਹ ਉਹਦੇ ਦੁੱਖਾਂ ਦਾ ਨਿਵਾਰਨ ਕਰਨਾ ਚਾਹੁੰਦੇ ਨੇ। ਤਾਂ ਫਿਰ ਉਹ ਮੂਰਖ ਵਿਅਕਤੀ ਉਹਨਾਂ ਦੇ ਨਾਲ ਚੱਲਣ ਲਈ ਤਿਆਰ ਹੋ ਜਾਂਦਾ ਹੈ, ਕਿਉਂਕਿ ਉਸਨੇ ਪਹਿਲਾਂ ਵੀ ਮਹਾਤਮਾ ਬੁੱਧ ਜੀ ਬਾਰੇ ਸੁਣਿਆ ਸੀ ਕਿ ਉਹ ਬਹੁਤ ਸਾਰੇ ਲੋਕਾਂ ਦੇ ਦੁੱਖਾਂ ਦਾ ਅੰਤ ਕਰ ਚੁੱਕੇ ਨੇ। ਫਿਰ ਪਿੰਡ ਵਾਲਿਆਂ ਦੇ ਸਮਝਾਉਣ 'ਤੇ ਉਹ ਦੁਚਿੱਤੀ ਵਿੱਚ ਚੱਲਣ ਲਈ ਤਿਆਰ ਹੋ ਜਾਂਦਾ ਹੈ। ਸਾਰੇ ਪਿੰਡ ਵਾਲੇ ਉਹਨੂੰ ਲੈ ਕੇ ਮਹਾਤਮਾ ਬੁੱਧ ਜੀ ਦੇ ਕੋਲ ਪਹੁੰਚਦੇ ਨੇ। ਤਾਂ ਮਹਾਤਮਾ ਬੁੱਧ ਜੀ ਦੇ ਕੋਲ ਪਹੁੰਚਦੇ ਹੀ ਉਹ ਵਿਅਕਤੀ ਮਹਾਤਮਾ ਬੁੱਧ ਜੀ ਨੂੰ ਘੂਰ ਘੂਰ ਕੇ ਬੋਲਦਾ ਹੈ, ਕੀ ਦੱਸਣਾ ਚਾਹੁੰਦਾ ਹੈ ਤੂੰ ਮੈਨੂੰ? ਉਹੀ ਪਰਮਾਤਮਾ, ਉਹੀ ਭਗਵਾਨ ਬਾਰੇ? ਮੈਂ ਨਹੀਂ ਮੰਨਦਾ ਤੇਰੇ ਭਗਵਾਨ ਸ਼ਗਵਾਨ ਨੂੰ। ਤੇਰੇ ਪਰਮਾਤਮਾ ਨੇ ਹਰ ਕਿਸੇ ਨੂੰ ਇਹ ਨਿਰਅਰਥ ਸਰੀਰ ਦੇ ਕੇ ਛੱਡ ਦਿੱਤਾ ਹੈ ਕਿ ਜਾਓ ਘਿਸੋ ਪਿਟੋ ਤੇ ਮਰੋ। ਜੇ ਉਹਨੇ ਸਰੀਰ ਦਿੱਤਾ ਸੀ ਤਾਂ ਉਹਨੂੰ ਪਾਲਣ ਪੋਸ਼ਣ ਦੇ ਲਈ ਧਨ ਵੀ ਦੇਣਾ ਚਾਹੀਦਾ ਸੀ ਨਾ। ਜੇ ਤੂੰ ਮੈਨੂੰ ਧਨ ਦੇ ਸਕਦਾ ਹੈ ਤਾਂ ਦੱਸ, ਨਹੀਂ ਤਾਂ ਇਹ ਆਪਣਾ ਮੂਰਖ ਬਣਾਉਣ ਵਾਲਾ ਪ੍ਰਵਚਨ ਆਪਣੇ ਕੋਲ ਹੀ ਰੱਖ। ਆਪਣਾ ਬੋਰੀਆ ਬਿਸਤਰਾ ਸਮੇਟ ਤੇ ਸਾਡੇ ਪਿੰਡ ਵਿੱਚੋਂ ਨਿਕਲ ਜਾ। ਵੱਡਾ ਆਇਆ ਦੁੱਖ ਦੂਰ ਕਰਨ ਵਾਲਾ ਸਾਡੇ। ਦੱਸ ਹੁਣ ਧਨ ਦੇ ਸਕਦਾ ਹੈ? ਉਸ ਵਿਅਕਤੀ ਦੀਆਂ ਗੱਲਾਂ ਸੁਣ ਕੇ ਸਾਰੇ ਪਿੰਡ ਵਾਲੇ ਹੱਕੇ ਬੱਕੇ ਰਹਿ ਗਏ ਤੇ ਮਹਾਤਮਾ ਬੁੱਧ ਜੀ ਵੱਲ ਦੇਖਣ ਲੱਗੇ। ਤੇ ਕੀ ਦੇਖਦੇ ਹਨ ਕਿ ਮਹਾਤਮਾ ਬੁੱਧ ਉਸ ਵਿਅਕਤੀ ਦੀਆਂ ਗੱਲਾਂ ਸੁਣ ਕੇ ਗੁੱਸਾ ਹੋਣ ਦੀ ਬਜਾਏ ਮੁਸਕਰਾ ਰਹੇ ਸੀ। ਬੁੱਧ ਜੀ ਸਮਝ ਚੁੱਕੇ ਸੀ ਕਿ ਇਸ ਨਾਸਤਿਕ ਨੂੰ ਸਿਰਫ ਧਨ ਦੀ ਭਾਸ਼ਾ ਵਿੱਚ ਹੀ ਸਮਝਾਇਆ ਜਾ ਸਕਦਾ ਹੈ। ਉਹਨਾਂ ਨੇ ਉਸ ਵਿਅਕਤੀ ਨੂੰ ਕਿਹਾ ਕਿ ਕਿਉਂ ਐਵੇਂ ਇੰਨਾ ਔਖਾ ਸੌਖਾ ਹੋਈ ਜਾਂਦਾ ਏ? ਮੈਂ ਤਾਂ ਸੰਨਿਆਸੀ ਹਾਂ। ਸੰਨਿਆਸੀ ਜੀਵਨ ਜਿਉਣ ਲਈ ਮੈਨੂੰ ਧਨ ਦੀ ਜ਼ਰੂਰਤ ਨਹੀਂ ਪੈਂਦੀ। ਮੈਂ ਤਾਂ ਜਨ ਕਲਿਆਣ ਲਈ ਗਿਆਨ ਵੰਡਦਾ ਹਾਂ। ਮੇਰੇ ਲਈ ਤਾਂ ਗਿਆਨ ਹੀ ਸਭ ਤੋਂ ਵੱਡਾ ਧਨ ਹੈ। ਪਰ ਜਿਸ ਧਨ ਦੀ ਤੈਨੂੰ ਜ਼ਰੂਰਤ ਹੈ ਕਿ ਮੈਂ ਇਹ ਧਨ ਤੈਨੂੰ ਇੱਕ ਰਾਜੇ ਤੋਂ ਦਵਾ ਸਕਦਾ ਹਾਂ, ਪਰ ਉਹਦੇ ਬਦਲੇ ਵਿੱਚ ਤੈਨੂੰ ਵੀ ਰਾਜੇ ਨੂੰ ਕੁਝ ਦੇਣਾ ਪਵੇਗਾ। ਇਹ ਸੁਣ ਕੇ ਉਹ ਇਨਸਾਨ ਕਹਿੰਦਾ ਹੈ ਕਿ ਮੈਂ ਤਾਂ ਨਿਰਧਨ ਹਾਂ, ਮੇਰੇ ਕੋਲ ਐਸਾ ਕੀ ਹੈ ਜੋ ਮੈਂ ਰਾਜੇ ਨੂੰ ਦੇ ਸਕਾਂ। ਮਹਾਤਮਾ ਜੀ ਬੋਲਦੇ ਹਨ, ਦਰਅਸਲ ਗੱਲ ਇਹ ਹੈ ਕਿ ਉਸ ਰਾਜੇ ਦਾ ਇੱਕ ਬਹੁਤ ਹੀ ਖਾਸ ਆਦਮੀ ਹੈ, ਪਰ ਸਮੱਸਿਆ ਇਹ ਹੈ ਕਿ ਉਸ ਆਦਮੀ ਦੀਆਂ ਅੱਖਾਂ ਖਰਾਬ ਹੋ ਚੁੱਕੀਆਂ ਹਨ, ਜਿਸ ਕਾਰਨ ਉਹ ਦੇਖ ਨਹੀਂ ਸਕਦਾ। ਉੱਥੋਂ ਦੇ ਰਾਜਵੈਦ ਨੇ ਕਿਹਾ ਹੈ ਕਿ ਜੇ ਕਿਸੇ ਜਿਉਂਦੇ ਇਨਸਾਨ ਦੀ ਇੱਕ ਅੱਖ ਮਿਲ ਜਾਵੇ ਤਾਂ ਉਹ ਰਾਜੇ ਦੇ ਆਦਮੀ ਦੀਆਂ ਖਰਾਬ ਹੋਈਆਂ ਅੱਖਾਂ ਨੂੰ ਠੀਕ ਕਰ ਸਕਦਾ ਹੈ। ਹੁਣ ਰਾਜੇ ਨੂੰ ਉਸ ਇਨਸਾਨ ਦੀ ਤਲਾਸ਼ ਹੈ ਜੋ ਆਪਣੇ ਜਿਉਂਦੇ ਜੀ ਆਪਣੀ ਇੱਕ ਅੱਖ ਰਾਜੇ ਨੂੰ ਦੇ ਸਕੇ, ਜਿਹਦੇ ਬਦਲੇ ਰਾਜਾ ਉਹਨੂੰ ਸੋਨੇ ਦੀਆਂ 1000 ਮੋਹਰਾਂ ਦੇਵੇਗਾ। ਜੇ ਤੂੰ ਆਪਣੀ ਇੱਕ ਅੱਖ ਰਾਜੇ ਨੂੰ ਦੇ ਦੇਵੇਂਗਾ ਤਾਂ ਮੈਂ ਤੈਨੂੰ ਰਾਜੇ ਤੋਂ ਉਹਦੇ ਬਦਲੇ 1000 ਸੋਨੇ ਦੀਆਂ ਮੋਹਰਾਂ ਦਵਾ ਦਿਆਂਗਾ, ਜਿਸ ਨਾਲ ਤੂੰ ਤੁਰੰਤ ਅਮੀਰ ਹੋ ਜਾਵੇਂਗਾ। ਹੁਣ ਦੱਸ, ਤੂੰ ਆਪਣੀ ਅੱਖ ਦੇਣ ਲਈ ਤਿਆਰ ਹੈ? ਇਹ ਸੁਣਦੇ ਹੀ ਉਸ ਵਿਅਕਤੀ ਦੀ ਸਾਰੀ ਹੇਕੜੀ ਨਿਕਲ ਗਈ ਤੇ ਉਹ ਮਹਾਤਮਾ ਜੀ ਨੂੰ ਬੋਲਿਆ ਕਿ ਤੁਸੀਂ ਇਹ ਕੈਸੀਆਂ ਗੱਲਾਂ ਕਰ ਰਹੇ ਹੋ? ਭਲਾ ਕੋਈ ਇਨਸਾਨ ਜਿਉਂਦੇ ਜੀ ਆਪਣੀਆਂ ਅੱਖਾਂ ਕਿਸੇ ਨੂੰ ਕਿਵੇਂ ਦੇ ਸਕਦਾ ਹੈ? ਤਾਂ ਮਹਾਤਮਾ ਬੁੱਧ ਜੀ ਬੋਲੇ ਕਿ ਕੁਝ ਹੀ ਦੇਰ ਪਹਿਲਾਂ ਤੂੰ ਆਪਣੇ ਸਰੀਰ ਨੂੰ ਨਿਰਅਰਥ ਦੱਸ ਰਿਹਾ ਸੀ, ਜਿਹੜੇ ਸਰੀਰ ਦਾ ਤੇਰੀਆਂ ਨਜ਼ਰਾਂ ਵਿੱਚ ਕੋਈ ਅਰਥ ਹੀ ਨਹੀਂ, ਕੋਈ ਮੁੱਲ ਹੀ ਨਹੀਂ।
ਤਾਂ ਫਿਰ ਤੂੰ ਉਸ ਨਿਰਅਰਥ ਸਰੀਰ ਦੇ ਇੱਕ ਛੋਟੇ ਜਿਹੇ ਅੰਗ ਦੇ ਬਦਲੇ ਸੋਨੇ ਦੀਆਂ 1000 ਮੋਹਰਾਂ ਦਾ ਸੌਦਾ ਕਿਉਂ ਨਹੀਂ ਕਰ ਸਕਦਾ? ਵੈਸੇ ਵੀ ਤੇਰੇ ਕੋਲ ਇੱਕ ਅੱਖ ਤਾਂ ਰਹੇਗੀ ਜਿਸ ਨਾਲ ਤੂੰ ਆਪਣੀ ਜ਼ਿੰਦਗੀ ਜਿਉ ਸਕਦਾ ਹੈ ਤੇ ਦੂਜੀ ਨਾਲ ਧਨਵਾਨ ਬਣ ਸਕਦਾ ਹੈ। ਇਹ ਸੁਣ ਕੇ ਉਹ ਵਿਅਕਤੀ ਬੋਲਿਆ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਮੈਂ ਤਾਂ ਇਸ ਤਰ੍ਹਾਂ ਕਦੇ ਵੀ ਨਹੀਂ ਕਰ ਸਕਦਾ। ਇਹ ਸੁਣ ਕੇ ਮਹਾਤਮਾ ਬੁੱਧ ਜੀ ਮੁਸਕਰਾਏ ਤੇ ਬੋਲੇ, ਜੇ ਤੂੰ ਚਾਹੇ ਤਾਂ ਮੈਂ ਤੇਰੀ ਇੱਕ ਅੱਖ ਦੇ ਬਦਲੇ 1000 ਨਹੀਂ ਬਲਕਿ 10,000 ਮੋਹਰਾਂ ਦਵਾ ਸਕਦਾ ਹਾਂ। ਇਹ ਸੁਣ ਕੇ ਉਹ ਵਿਅਕਤੀ ਖਿੱਝ ਕੇ ਬੋਲਿਆ ਕਿ ਨਹੀਂ ਮਹਾਰਾਜ, ਮੈਂ ਆਪਣੀਆਂ ਅੱਖਾਂ ਨਹੀਂ ਦੇ ਸਕਦਾ। ਤਾਂ ਫਿਰ ਮਹਾਤਮਾ ਜੀ ਬੋਲੇ, ਕੀ ਤੂੰ 1 ਲੱਖ ਸੋਨੇ ਦੀਆਂ ਮੋਹਰਾਂ ਬਦਲੇ ਆਪਣੀ ਇੱਕ ਅੱਖ ਦੇ ਸਕਦਾ ਹੈ? ਇਹ ਸੁਣ ਕੇ ਉਹ ਵਿਅਕਤੀ ਚਲਾਉਂਦੇ ਹੋਏ ਬੋਲਿਆ ਕਿ ਨਹੀਂ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੋਈ ਧਨ ਨਹੀਂ ਚਾਹੀਦਾ। 1 ਲੱਖ ਹੀ ਮੈਂ 10 ਲੱਖ ਸੋਨੇ ਦੀਆਂ ਮੋਹਰਾਂ ਬਦਲੇ ਵੀ ਆਪਣੀ ਅੱਖ ਨਹੀਂ ਦੇਵਾਂਗਾ। ਰਾਜਾ ਭਾਵੇਂ ਮੈਨੂੰ ਸਾਰਾ ਰਾਜ ਦੇ ਦੇਵੇ, ਪਰ ਫਿਰ ਵੀ ਮੈਂ ਆਪਣੇ ਜਿਉਂਦੇ ਜੀ ਆਪਣੀ ਅੱਖਾਂ ਦਾ ਸੌਦਾ ਨਹੀਂ ਕਰਾਂਗਾ। ਇਹ ਕਦੇ ਨਹੀਂ ਹੋ ਸਕਦਾ। ਉਸ ਵਿਅਕਤੀ ਦੀਆਂ ਅੱਖਾਂ ਭਰ ਆਈਆਂ ਤੇ ਉਹ ਸ਼ਰਮਿੰਦਾ ਹੋ ਕੇ ਮਹਾਤਮਾ ਜੀ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਰੋਣ ਲੱਗਾ। ਮਹਾਤਮਾ ਜੀ ਨੇ ਉਸ ਨੂੰ ਉਠਾਇਆ ਤੇ ਕਿਹਾ ਕਿ ਪਰਮਾਤਮਾ ਨੇ ਜਿੰਨੀਆਂ ਵੀ ਅਨਮੋਲ ਚੀਜ਼ਾਂ ਇਨਸਾਨ ਨੂੰ ਦਿੱਤੀਆਂ ਨੇ, ਜ਼ਿਆਦਾਤਰ ਲੋਕ ਤੇਰੀ ਤਰ੍ਹਾਂ ਹੀ ਉਸ ਨੂੰ ਅਣਦੇਖਾ ਕਰਕੇ ਪਰਮਾਤਮਾ ਨੂੰ ਕੋਸਦੇ ਰਹਿੰਦੇ ਨੇ। ਹੁਣ ਜਿਵੇਂ ਕੁਝ ਦੇਰ ਪਹਿਲਾਂ ਤੂੰ ਆਪਣੇ ਸਰੀਰ ਨੂੰ ਨਿਰਅਰਥ ਤੇ ਬੇਕਾਰ ਦੱਸ ਰਿਹਾ ਸੀ, ਉਸੇ ਹੀ ਸਰੀਰ ਦਾ ਇੱਕ ਛੋਟਾ ਜਿਹਾ ਅੰਗ ਤੂੰ ਲੱਖਾਂ ਸੋਨੇ ਦੀਆਂ ਮੋਹਰਾਂ ਦੇ ਬਦਲੇ ਵੀ ਨਹੀਂ ਦੇ ਸਕਿਆ। ਅਕਸਰ ਕੀ ਹੁੰਦਾ ਏ ਕਿ ਜੋ ਚੀਜ਼ਾਂ ਇਨਸਾਨ ਨੂੰ ਮੁਫਤ ਵਿੱਚ ਮਿਲ ਜਾਂਦੀਆਂ ਨੇ, ਇਨਸਾਨ ਉਹਦੀ ਕੀਮਤ ਨਹੀਂ ਸਮਝ ਪਾਉਂਦਾ। ਸਾਰੀ ਇਨਸਾਨੀ ਜਾਤ ਨੂੰ ਇਹ ਅਨਮੋਲ ਜੀਵਨ ਦੇਣ ਦੇ ਲਈ ਪਰਮਾਤਮਾ ਦਾ ਆਭਾਰੀ ਹੋਣਾ ਚਾਹੀਦਾ ਏ। ਇਸੇ ਵਿੱਚ ਹੀ ਮਨੁੱਖ ਜਾਤੀ ਦਾ ਕਲਿਆਣ ਹੈ। ਹੁਣ ਮੋਰਲ ਆਫ ਦਾ ਸਟੋਰੀ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਏ? ਤਾਂ ਦੋਸਤੋ, ਧੁੱਪ, ਜਲ, ਅਗਨੀ ਤੇ ਵਾਯੂ, ਇਹਨਾਂ ਦੇ ਬਿਨਾਂ ਮਨੁੱਖਤਾ ਕੀ ਕਿਸੇ ਜੀਵ ਜੰਤੂ ਦੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅਸੀਂ ਕਦੇ ਵੀ ਇਸ ਦੇ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ, ਜਦੋਂ ਕਿ ਇਹਨਾਂ ਸਭ ਦੇ ਬਿਨਾਂ ਜੀਵਨ ਜਿਉਣਾ ਅਸੰਭਵ ਹੈ, ਨਾ ਹੀ ਇਸ ਨੂੰ ਕੋਈ ਖਰੀਦ ਸਕਦਾ ਹੈ। ਇਹ ਉਸ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੀ ਹੈ ਜੋ ਉਸਨੇ ਇਹ ਸਭ ਅਨਮੋਲ ਚੀਜ਼ਾਂ ਸਾਨੂੰ ਮੁਫਤ ਵਿੱਚ ਦੇ ਰੱਖੀਆਂ ਹਨ। ਸਾਨੂੰ ਇਸ ਦੇ ਲਈ ਈਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੋਚਣਾ ਹੀ ਹੈ ਤਾਂ ਹਮੇਸ਼ਾ ਉਹਨਾਂ ਚੀਜ਼ਾਂ ਬਾਰੇ ਸੋਚੋ ਜੋ ਤੁਹਾਨੂੰ ਪ੍ਰਾਪਤ ਹੋ ਚੁੱਕੀਆਂ ਨੇ। ਅਕਸਰ ਲੋਕ ਉਹਨਾਂ ਚੀਜ਼ਾਂ ਬਾਰੇ ਸੋਚ ਕੇ ਦੁਖੀ ਹੁੰਦੇ ਰਹਿੰਦੇ ਨੇ ਜੋ ਉਹਨਾਂ ਦੇ ਕੋਲ ਨਹੀਂ ਹੁੰਦੀਆਂ। ਜੇਕਰ ਉਹ ਉਹਨਾਂ ਚੀਜ਼ਾਂ ਨੂੰ ਹਾਸਲ ਵੀ ਕਰ ਲੈਣ ਤਾਂ ਉਹ ਉਸ ਨੂੰ ਭੁੱਲ ਜਾਂਦੇ ਨੇ ਤੇ ਫਿਰ ਕਿਸੇ ਹੋਰ ਚੀਜ਼ ਨੂੰ ਹਾਸਲ ਕਰਨ ਦੇ ਲਈ ਦੁਖੀ ਹੁੰਦੇ ਰਹਿੰਦੇ ਨੇ। ਦੋਸਤੋ, ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਖੁਸ਼ੀ ਜਾਂ ਦੁੱਖ ਕਿਤੇ ਬਾਹਰ ਨਹੀਂ ਹੁੰਦਾ, ਉਹ ਹਰ ਇਨਸਾਨ ਦੇ ਅੰਦਰ ਹੀ ਹੁੰਦਾ ਹੈ। ਜੇ ਇਨਸਾਨ ਕਿਸੇ ਚੀਜ਼ ਦੇ ਬਾਰੇ ਚੰਗਾ ਸੋਚਦਾ ਹੈ ਤਾਂ ਉਹ ਖੁਸ਼ ਹੁੰਦਾ ਹੈ, ਤੇ ਜੇ ਬੁਰਾ ਸੋਚਦਾ ਹੈ ਤਾਂ ਦੁਖੀ ਹੁੰਦਾ ਹੈ। ਤੁਸੀਂ ਖੁਸ਼ ਰਹਿਣਾ ਹੈ ਜਾਂ ਦੁਖੀ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ, ਨਾ ਕਿ ਕਿਸੇ ਬਾਹਰੀ ਵਸਤੂ ਤੇ। ਸੋ ਦੋਸਤੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਹਰ ਦਿਨ ਕੁਝ ਚੰਗਾ ਸਿੱਖਦੇ ਰਹੋ, ਨਾਲੇ ਸਿਖਾਉਂਦੇ ਰਹੋ। ਦੋਸਤੋ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ, ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਨਾਲ। ਆਪਣਾ ਖਿਆਲ ਰੱਖਿਓ। ਧੰਨਵਾਦ।